ਸਾਡੀ ਜੀ ਯੂਸੀ 70 ਤਕਰੀਬਨ 5 ਪਿੰਡਾਂ 'ਤੇ ਨਾ 5 ਚੱਕਾਂ 'ਤੇ ਮਹਿਦੂਦ ਹੈ। ਜਿਹਦੇ ਵਿੱਚ ਸ਼ੇਖ ਤੈਯਬ ਔਰ ਉਸ ਤੋਂ ਬਾਅਦ 112 ਸਾਹਿਬਾਨਾਰ 111 ਸਾਹਿਬਾਨਾਰ ਪੁਰਾਣੀ ਸ਼ੀਚਾਵਤੀ ਟਿੱਬਾ ਨੂਰਪੁਰ ਇਹ ਸਾਰੇ ਇਲਾਕੇ ਉਹਦੇ ਵਿੱਚ ਨੇ। ਔਰ ਵਾਲਦ ਸਾਹਿਬ ਦੀ ਕਾਵਸ਼ ਦੇ ਨਾਲ ਇੱਥੇ ਇੱਕ ਵੈਟਰਨਰੀ ਹਸਪੀਟਲ ਮੁਨੱਕਦ ਹੋਇਆ। ਉਹਨਾਂ ਨੇ ਆਪਣੀ ਕਾਵਸ਼ ਦੇ ਨਾਲ। ਬਾਬਾ ਜੀ ਕਿੱਥੋਂ ਪਾਣੀ ਭਰ ਕੇ ਲਿਆਏ ਹੋ? ਆ ਬਸ਼ੀਰ ਦੁਕਾਨਦਾਰ। ਅੱਛਾ, ਤੁਹਾਡੇ ਪਿੰਡ 'ਚ ਫਿਲਟਰ ਪਲਾਂਟ ਕੋਈ ਨਹੀਂ ਗਵਰਨਮੈਂਟ ਦੀ ਤਰਫੋਂ? ਨਹੀਂ ਕੋਈ ਨਹੀਂ। ਕੈਮਰਾਮੈਨ ਮੁਹੰਮਦ ਫਿਆਜ਼ ਦੇ ਨਾਲ ਮੈਂ ਹਾਂ ਮਲਕ ਨਾਸਰ ਅब्बास ਟੀਮ ਵਾਇਸ ਆਫ ਪੰਜਾਬ ਚੀਚਾ ਵਤਨੀ ਜੀ। ਅਸੀਂ ਇਸ ਵਕਤ ਮੌਜੂਦ ਹਾਂ ਚੀਚਾ ਵਤਨੀ ਦਾ ਇੱਕ ਪਿੰਡ ਹੈ 112 ਸਾਹਿਬਾਨਾਰ, ਜਿਹਦੇ ਵਿੱਚ ਅਸੀਂ ਮੌਜੂਦ ਹਾਂ। ਅਸੀਂ ਇੱਥੇ ਲੋਕਾਂ ਕੋਲੋਂ ਪੁੱਛਾਂਗੇ ਕਿ ਇੱਥੇ ਗਵਰਨਮੈਂਟ ਦੀ ਤਰਫੋਂ ਕਿਹੜੀਆਂ-ਕਿਹੜੀਆਂ ਸਹੂਲਤਾਂ ਦਿੱਤੀਆਂ ਗਈਆਂ ਔਰ ਇੱਥੇ ਦੇ ਜਿਹੜੇ ਨੰਬਰਦਾਰ ਨੇ ਉਹ ਇਸ ਪਿੰਡ ਵਾਸਤੇ ਕੀ ਉਹਨਾਂ ਨੇ ਕੰਮ ਕੀਤੇ। ਅਸੀਂ ਨੰਬਰਦਾਰ ਕੋਲੋਂ ਵੀ ਪੁੱਛਾਂਗੇ ਤੇ ਇੱਥੋਂ ਦੀ ਆਵਾਮ ਕੋਲੋਂ ਵੀ ਪੁੱਛਾਂਗੇ ਕਿ ਇਹਨਾਂ ਵਾਸਤੇ ਇੱਥੇ ਸੀਵਰੇਜ, ਫਿਲਟਰੇਸ਼ਨ ਪਲਾਂਟ ਜਾਂ ਦੀਗਰ ਸਹੂਲਤਾਂ ਕਿਹੜੀਆਂ-ਕਿਹੜੀਆਂ ਮੌਜੂਦ ਨੇ ਜੀ। ਜੀ ਸਾਡੇ ਨਾਲ ਇੱਕ ਬਜ਼ੁਰਗ ਮੌਜੂਦ ਨੇ ਜਿਹੜੇ ਕਿ ਪਾਣੀ ਭਰ ਕੇ ਲਿਆਏ ਨੇ। ਉਹਨਾਂ ਕੋਲੋਂ ਜਾਣਦੇ ਆ ਕਿ ਪਾਣੀ ਕਿੱਥੋਂ ਭਰ ਕੇ ਲਿਆਏ ਨੇ, ਇਹ ਕਿੰਨੀ ਦੂਰੋਂ ਪਾਣੀ ਭਰ ਕੇ। ਜੀ अस्सलाम वालेकुम। वालेकुम सलाम जी। ਬਾਬਾ ਜੀ ਕਿੱਥੋਂ ਪਾਣੀ ਭਰ ਕੇ ਲਿਆਏ ਹੋ? आ बशीर दुकानदार। ਅੱਛਾ, ਤੁਹਾਡੇ ਪਿੰਡ 'ਚ ਫਿਲਟਰ ਪਲਾਂਟ ਕੋਈ ਨਹੀਂ ਗਵਰਨਮੈਂਟ ਦੀ ਤਰਫੋਂ? नहीं कोई नहीं। फिल्टर प्लांट है जी, उनके पैसे लेंदे ने। ओ बस देखो। ਉਹਦੇ ਪੈਸੇ ਲੈਂਦੇ ਨੇ? हाँ जी ਉਹ ਪ੍ਰਾਈਵੇਟ ਹੀ ਹੈ ਨਾ, ਕਿਸੇ ਬੰਦੇ ਨੇ ਲਵਾਇਆ ਹੈ। हाँ जी हाँ जी। ਗਵਰਨਮੈਂਟ ਦੀ ਤਰਫੋਂ ਤਾਂ ਕੋਈ ਨਹੀਂ ਹੈ। नहीं कोई नहीं जी। ਇਹ ਤੁਸੀਂ ਕਿੰਨੀ ਦੂਰ ਤੋਂ ਭਰ ਕੇ ਲਿਆਏ ਹੋ? अपने भी मकान थे नुक्कर दे और इधर रखिए खड़े ने जी। ਯਾਨੀ ਕਿ ਤਕਰੀਬਨ ਬਣ ਜਾਂਦਾ ਹਾਫ ਕਿਲੋਮੀਟਰ ਤੇ ਬਣ ਹੀ ਜਾਂਦਾ। ਹਾਂਜੀ, ਹਾਂਜੀ। ਭਾਈ ਮੌਜੂਦ ਨੇ ਜਿਹੜੇ ਕਿ ਮਾਜ਼ੂਰ ਵੀ ਨੇ, ਉਹਨਾਂ ਦੇ ਵੀ ਬੜੇ ਮਸਾਇਲ ਨੇ। ਉਹਨਾਂ ਨੇ ਮੈਨੂੰ ਬਕਾਇਦਾ ਆਵਾਜ਼ ਮਾਰ ਕੇ ਕਿਹਾ ਕਿ ਮੇਰੇ ਵੀ ਮਸਾਇਲ ਸੁਣੇ ਜਾਣ। ਅਸੀਂ ਉਹਨਾਂ ਕੋਲ ਪੁੱਛਣ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਕਿਹੜੇ ਮਸਾਇਲ ਦਰਪੇਸ਼ ਨੇ। ਜੀ अस्सलाम वालेकुम। ਵਾਲੇਕੁਮ ਸਲਾਮ ਜੀ। ਸਭ ਤੋਂ ਪਹਿਲੇ ਤੇ ਆਪਣਾ ਨਾਂ ਦੱਸੋ ਜੀ। ਮੁਹੰਮਦ ਅਦਨਾਨ ਜੀ। ਅਦਨਾਨ ਭਾਈ, ਇਹ ਦੱਸੋ ਵੀ ਤੁਹਾਡਾ ਮਾਸ਼ਾਅੱਲਾ 112 ਸਾਹਿਬਾਨਾਰ ਚੀਚਾ ਵਤਨੀ ਦਾ ਇਲਾਕਾ ਹੈ ਔਰ ਚੀਚਾ ਵਤਨੀ ਦਾ ਕਰੀਬੀ ਇਲਾਕਾ ਹੈ। ਇਹਦੇ ਵਿੱਚ ਇੱਕ ਯੂਨੀਅਨ ਕੌਂਸਲ ਵੀ ਹੈ ਯੂਸੀ 70। ਤੁਸੀਂ ਇਹ ਦੱਸੋ ਵੀ ਤੁਹਾਡੇ ਪਿੰਡ ਦੇ ਵਿੱਚ ਕਿਹੜੀ-ਕਿਹੜੀ ਸਹੂਲਤ ਮੌਜੂਦ ਹੈ? ਸਹੂਲਤਾਂ ਤਾਂ ਸਾਰੀਆਂ ਮੌਜੂਦ ਨੇ, ਪਰ ਸਾਡੀ ਜਿਹੜੀ ਆ ਗਲੀ ਵਾਲੀ ਸਹੂਲਤ ਹੈ ਨਾ, ਇਹ ਕਿਸੇ ਪਾਸੇ ਹੱਲ ਨਹੀਂ ਹੋ ਰਹੀ। ਤੁਹਾਡੇ ਪਿੰਡ ਦੇ ਵਿੱਚ ਸੀਵਰੇਜ ਦਾ ਨਿਜ਼ਾਮ ਕੈਸਾ ਹੈ? ਬਿਲਕੁਲ ਕੋਈ ਨਹੀਂ। ਪਿੰਡ ਦੇ ਵਿੱਚ ਹੈ, ਸਾਡੀ ਗਲੀ 'ਚ ਕੋਈ ਨਹੀਂ। ਉਸ ਤੋਂ ਇਲਾਵਾ ਇੱਥੇ ਜਿਹੜੇ ਗਵਰਨਮੈਂਟ ਦੀ ਤਰਫੋਂ ਕੋਈ ਫਿਲਟਰੇਸ਼ਨ ਪਲਾਂਟ ਲੱਗਾ ਤੁਹਾਡੇ ਪਾਣੀ ਪੀਣ ਵਾਲੇ ਦਾ? ਗੌਰਮੈਂਟ ਦੀ ਤਰਫੋਂ ਨਹੀਂ, ਪ੍ਰਾਈਵੇਟ ਬੰਦੇ ਨੇ ਲਾਇਆ ਸੀ ਉਹ ਚੌਂਕ ਦੇ ਵਿੱਚ, ਜਾਮੇ ਮਸਜਿਦ ਵਾਲੇ ਚੌਂਕ 'ਚ। ਠੀਕ ਹੈ, ਉਹ ਵੀ ਜਦੋਂ ਬਿੱਲ ਆਉਂਦਾ ਹੈ ਬਿਜਲੀ ਦਾ, ਉਹ ਜਿਹੜੇ ਪਾਣੀ ਭਰਨ ਹਜ਼ਰਾਤ ਜਾਂਦੇ ਨੇ ਉਹਨਾਂ ਕੋਲ ਪੈਸੇ ਵਸੂਲ ਕਰਦੇ ਨੇ। ਜਿਹੜਾ 10 ਰੁਪਏ ਲੈ ਲੈਣ, ਕੇਨ ਦੇ 20 ਰੁਪਏ ਲੈ ਲੈਣ, ਯਾਨੀ ਕਿ ਬਿਜਲੀ ਦਾ ਬਿੱਲ ਹੀ ਲੈਂਦੇ ਨੇ। ਤੇ ਜਿਹੜਾ ਉਹਨਾਂ ਨੇ ਉੱਥੇ ਬੰਦਾ ਰੱਖਿਆ ਉਹਦੀ ਤਨਖਾਹ ਕੱਢਦੇ ਨੇ ਉੱਥੋਂ। ਅੱਛਾ, ਤੁਸੀਂ ਇਹ ਦੱਸੋ ਅਦਨਾਨ ਭਾਈ ਕਿ ਤੁਹਾਡੇ ਪਿੰਡ ਦੇ ਵਿੱਚ ਸੁਥਰਾ ਪੰਜਾਬ ਦੀ ਟੀਮ ਹੈ? ਸੁਥਰਾ ਪੰਜਾਬ ਦੀ ਟੀਮ ਹੈ, ਬੇਸ਼ੱਕ ਹੈ ਜੀ। ਬਹਰਹਾਲ ਸੁਥਰਾ ਪੰਜਾਬ ਦੀ ਟੀਮ ਨੇ ਜਦੋਂ ਸਾਨੂੰ ਇੱਕ ਤਾਂ ਬਿੱਲਾਂ ਦੇ ਨਾਲ ਲਾ ਕੇ ਪੈਸੇ ਭੇਜਦੇ ਨੇ, ਜਿਨ੍ਹਾਂ ਦੇ ਗਲੋਂ ਉਹ ਕਚਰਾ ਚੱਕਦੇ ਹੀ ਨਹੀਂ ਨਾ, ਉਹਨਾਂ ਨੂੰ ਵੀ ਉਹ ਬਿੱਲਾਂ ਦੇ ਪੈਸੇ ਲਾ ਕੇ ਗਲ ਰਹੇ ਨੇ। ਠੀਕ ਹੈ। ਅੱਛਾ ਅਦਨਾਨ ਭਾਈ, ਇਹ ਦੱਸੋ ਜਦੋਂ ਦੇ ਇਲੈਕਸ਼ਨ ਹੋਏ ਨੇ ਜੀ ਤੁਹਾਡੇ ਸਿਆਸੀ ਰਹਿਨੁਮਾ ਜਿਹੜੇ ਨੇ, ਸਿਆਸੀ ਨੁਮਾਇੰਦੇ ਨੇ, ਜੀ। ਉਹ ਇਸ ਪਿੰਡ 'ਚ ਕਿੰਨੀ ਵਾਰੀ ਆਏ ਨੇ? ਮੇਰਾ ਖਿਆਲ ਆਂਦਾ ਕਿ ਮੈਂ ਉਹਨਾਂ ਨੂੰ ਜਦੋਂ ਦੇ ਇਲੈਕਸ਼ਨ ਹੋਏ ਨੇ ਨਾ, ਮੇਰੀ ਗੈਰ ਮੌਜੂਦਗੀ 'ਚ ਆਏ ਹੁਣ ਤੇ ਇਸ ਪਤਾ ਨਹੀਂ। ਪਿੰਡ ਦੀ ਹਾਲਤ ਤੇ ਜ਼ਾਰ ਇਸ ਤੋਂ ਅੰਦਾਜ਼ਾ ਕੀਤਾ ਜਾ ਸਕਦਾ ਹੈ ਕਿ ਤੁਸੀਂ ਵੇਖੋ ਕਿ ਗਵਰਨਮੈਂਟ ਦੀ ਸਰਕਾਰੀ ਬਿਲਡਿੰਗ ਹੈ ਜਿਹੜੀ ਕਿ ਇੱਕ ਹਸਪੀਟਲ ਦੀ ਬਿਲਡਿੰਗ ਹੈ। ਉਹਦੇ ਅੰਦਰ ਬਿਲਕੁਲ ਕਚਰੇ ਦੇ ਢੇਰ। ਇਹਨੂੰ ਇੱਕ ਕਚਰੇ ਦਾ ਉਹ ਜਿਸ ਤਰ੍ਹਾਂ ਸੁਥਰੇ ਪੰਜਾਬ ਦਾ ਜਿਹੜਾ ਸਟੋਰ ਹੁੰਦਾ ਹੈ ਜਿੱਥੇ ਉਹ ਕਚਰਾ ਲਿਆ ਕੇ ਫੇਂਕਦੇ ਨੇ, ਉਸੇ ਤਰ੍ਹਾਂ ਇਹ ਸਕੂਲ ਆਪਣਾ ਜਿਹੜਾ ਹਸਪੀਟਲ ਹੈ ਉਹਨੂੰ ਵੀ ਇੱਕ ਕਚਰੇ ਦਾ ਜਿਹੜਾ ਉਹ ਗੜ੍ਹ ਬਣਾ ਦਿੱਤਾ ਗਿਆ ਹੈ। ਇਹ ਅਗਰ ਮੇਰਾ ਕੈਮਰਾਮੈਨ ਦਿਖਾਵੇ, ਇਹ ਵੇਖੋ ਸਾਰੇ ਇਹ ਗਲੀਆਂ ਦਾ ਗੰਦਾ ਪਾਣੀ ਜਿਹੜਾ ਹੈ, ਨਾਲੀਆਂ ਦਾ ਪਾਣੀ ਇੱਥੋਂ ਗੁਜ਼ਰਦਾ ਹੋਇਆ, ਇਹ ਵੇਖੋ ਇਹ ਬਿਲਡਿੰਗ ਦੇ ਅੰਦਰ ਜਾ ਰਿਹਾ ਹੈ
ਔਰ ਅੰਦਰ ਬਿਲਕੁਲ ਸਾਰਾ ਪਾਣੀ ਪਾਣੀ ਖੜਾ ਹੈ। ਇਹ ਕੱਲ੍ਹ ਨੂੰ ਕੀ ਗੱਲ ਬਿਮਾਰੀਆਂ ਨਹੀਂ ਫੈਲਣਗੀਆਂ। ਇੱਕ ਹੌਸਪੀਟਲ ਦੀ ਬਿਲਡਿੰਗ ਜਿੱਥੋਂ ਕਿ ਲੋਕ ਸ਼ਫਾ ਲੱਭਦੇ ਨੇ ਔਰ ਉਸੇ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਤਨਾ ਗੰਦਗੀ ਦੇ ਢੇਰ, ਕੂੜਾ ਕਰਕਟ ਵੀ ਲੋਕ ਇੱਥੇ ਸਿੱਟਦੇ ਨੇ ਔਰ ਸਾਰਾ ਬਿਮਾਰੀਆਂ ਦਾ ਸਬਬ ਬਣ ਰਿਹਾ ਹੈ। ਔਰ ਇਸ ਦੀ ਬਿਲਡਿੰਗ ਟੋਟਲ ਇਸ ਵਕਤ ਬਹੁਤ ਹੀ ਖਸਤਾ ਹਾਲਤ, ਉਹਨੂੰ ਇਹਨਾਂ ਨੂੰ ਨੋਟਿਸ ਦਿੱਤਾ ਜਾਵੇ ਔਰ ਇਹ ਜਿਹੜਾ ਪਾਣੀ ਬੰਦ ਕਰਵਾਇਆ ਜਾਵੇ ਤਾਂ ਕਿ ਗੌਰਮੈਂਟ ਦੀ ਇਹ ਬਿਲਡਿੰਗ ਜਿਹਦੇ ਵਿੱਚ ਕਰੋੜਾਂ ਅਰਬਾਂ ਰੁਪਏ ਲਗਾ ਕੇ ਇਹ ਬਿਲਡਿੰਗ ਤਮੀਰ ਕੀਤੀ ਗਈ, ਲੇਕਿਨ ਔਰ ਇਸ ਵਕਤ ਵੇਖੋ ਕਿ ਪਾਣੀ ਦੀ ਵਜ੍ਹਾ ਤੋਂ ਗੰਦਾ ਪਾਣੀ ਸਾਫ਼ ਹੋਵੇ ਤੇ ਚਲੋ ਉਹ ਇੱਕ ਹੋਰ ਚੀਜ਼ ਹੁੰਦੀ ਹੈ। ਇਹ ਗੰਦਾ ਪਾਣੀ ਹੈ, ਗਟਰਾਂ ਦਾ ਪਾਣੀ ਹੈ, ਇਹਤੇ ਤੋਂ ਬਿਮਾਰੀਆਂ ਵੀ ਫੈਲ ਸਕਦੀਆਂ ਨੇ ਜੀ। ਤੁਸੀਂ ਪਿੰਡ ਦੇ ਲੋਕਾਂ ਦੀਆਂ ਗੱਲਾਂ ਸੁਣੀਆਂ ਤੇ ਉਹਨਾਂ ਦੇ ਮੌਕਫ ਵੀ ਸੁਣੇ ਔਰ ਉਹਨਾਂ ਦੇ ਜਿਹੜੇ ਉਹਨਾਂ ਨੂੰ ਮਸਾਇਲ ਨੇ ਉਹ ਵੀ ਤੁਸੀਂ ਸੁਣੇ। ਅਸੀਂ ਇਹਦੇ ਨਾਲ ਹੀ ਹੁਣ ਚੱਲਾਂਗੇ, ਇੱਥੋਂ ਦੇ ਜਿਹੜੇ ਨੰਬਰਦਾਰ ਸਾਹਿਬ ਨੇ ਉਹਨਾਂ ਦੇ ਕੋਲ ਚੱਲਦੇ ਹਾਂ ਤੇ ਉਹਨਾਂ ਕੋਲੋਂ ਵੀ ਪੁੱਛਦੇ ਹਾਂ ਕਿ ਉਹ ਪਿੰਡ ਵਾਸਤੇ ਕੀ ਕਰ ਰਹੇ ਨੇ ਜੀ। ਜਿਵੇਂ ਇਸ ਵਕਤ ਮੌਜੂਦ ਹਾਂ ਚੀਚਾ ਵਤਨੀ ਚੱਕ ਨੰਬਰ 112 7R UC 70 ਦੇ ਵਿੱਚ ਮੌਜੂਦ ਹਾਂ ਤੇ ਇਸ ਵਕਤ ਸਾਡੇ ਨਾਲ UC 70 112 7R ਦੇ ਨੰਬਰਦਾਰ ਸਾਹਿਬ ਸਾਡੇ ਕੋਲ ਮੌਜੂਦ ਨੇ। ਯੰਗ ਬਲੱਡ ਨੇ, ਯੰਗਸਟਰ ਨੇ। ਇਹਨਾਂ ਕੋਲੋਂ ਅਸੀਂ ਜਾਣਾਂਗੇ ਕਿ ਇਹਨਾਂ ਦੇ ਦੌਰੇ ਇਕਤਦਾਰ ਦੇ ਵਿੱਚ ਇਹ ਨੰਬਰਦਾਰ ਨੇ ਇੱਥੇ ਕੀ ਕੰਮ ਹੋਏ, ਕਿਹਨੇ ਕਰਵਾਏ ਔਰ ਇਹਨਾਂ ਨੇ ਕੀ ਐਫਰਟ ਕੀਤੀ। ਜੀ अस्सलाम वालेकुम। जी वालेकुम सैयद अस्सलाम। हसन सरदार साहब ਤੁਸੀਂ ਕਿਤਨੀ ਦੇਰ ਤੋਂ UC 70 ਦੇ ਯਾਨੀ ਕਿ 112 7R ਦੇ ਨੰਬਰਦਾਰ ਹੋ? ਵਾਲਦ ਸਾਹਿਬ ਸੈਯਦ ਸਰਦਾਰ ਸ਼ਾਹ ਸਾਹਿਬ ਉਹ ਵਫਾਤ ਪਾਏ ਤਕਰੀਬਨ 2009 ਦੇ ਵਿੱਚ ਤੇ ਉਸ ਤੋਂ ਬਾਅਦ ਬਸ ਉਹ ਜਿਹੜੇ ਫਰਾਈਜ਼ ਨੇ ਉਹ ਸਰ ਅੰਜਾਮ ਦੇ ਰਹੇ ਆ ਜੀ ਉਹਨਾਂ ਦੀ ਜਗ੍ਹਾ ਤੇ। ਅੱਛਾ, ਆਪਣਾ ਹਸਨ ਭਾਈ ਇਹ ਦੱਸੋ ਕਿ ਤੁਹਾਡੇ ਵਾਲਦ ਸਾਹਿਬ ਦੇ ਦੌਰ ਦੇ ਅੰਦਰ ਇਸ ਗਾਉਂ ਨੂੰ ਕੀ ਤਰੱਕੀਆਤੀ ਕੰਮ ਮਿਲੇ, ਉਹਨਾਂ ਨੇ ਕੀ ਐਫਰਟ ਕੀਤੀ ਔਰ ਇੱਥੇ ਕਿਹੜੀ ਜਿਹੜੀ ਬੁਨਿਆਦੀ ਸਹੂਲੀਅਤ ਦਾ ਉਹਨਾਂ ਨੇ ਇਜਰਾ ਕੀਤਾ? ਸਾਡੀ ਜੀ UC 70 ਤਕਰੀਬਨ 5 ਪਿੰਡਾਂ ਤੇ ਨਾ 5 ਚੱਕਾਂ ਤੇ ਮਹਦੂਦ ਹੈ, ਜਿਹਦੇ ਵਿੱਚ ਸ਼ੇਖ ਤੈਯਬ ਔਰ ਉਸ ਤੋਂ ਬਾਅਦ 112 7R 111 7R ਪੁਰਾਣੀ ਚੀਚਾ ਵਤਨੀ, ਟਿੱਬਾ ਨੂਰਪੁਰ, ਇਹ ਸਾਰੇ ਇਲਾਕੇ ਉਹਦੇ ਵਿੱਚ ਨੇ। ਔਰ ਵਾਲਦ ਸਾਹਿਬ ਦੀ ਕਾਵਸ਼ ਦੇ ਨਾਲ ਇੱਥੇ ਇੱਕ ਵੈਟਰਨਰੀ ਹਸਪੀਟਲ ਮੁਨੱਕਦ ਹੋਇਆ। ਉਹਨਾਂ ਨੇ ਆਪਣੀ ਕਾਵਸ਼ ਦੇ ਨਾਲ 112 7R ਦੇ ਵਿੱਚ ਇੱਕ ਵੈਟਰਨਰੀ ਹਸਪੀਟਲ ਜਿਹੜਾ ਹੈ ਉਹ ਬਣਿਆ। ਉਸ ਤੋਂ ਬਾਅਦ BHU ਬੇਸਿਕ ਹੈਲਥ ਯੂਨਿਟ ਜਿਹੜਾ ਹੈ ਉਹ ਵੀ 112 7R ਦੇ ਸਾਡੇ ਪਿੰਡ ਦੇ ਵਿੱਚ ਮੌਜੂਦ ਹੈ। ਔਰ ਉਸ ਤੋਂ ਇਲਾਵਾ ਇੱਕ ਯੂਨੀਅਨ ਕੌਂਸਲ ਜਿਹੜੀ ਹੈ UC 70 ਉਹਦਾ ਆਫਿਸ ਵੀ ਜਿਹੜਾ ਹੈ ਦਫ਼ਤਰ ਉਹ ਵੀ ਸਾਡੇ 112 7R ਦੇ ਵਿੱਚ ਮੌਜੂਦ ਹੈ। ਇਹ ਉਹ ਬੁਨਿਆਦੀ ਜ਼ਰੂਰੀਆਤ ਨੇ ਜਿਹੜੀਆਂ ਉਹਨਾਂ ਦੀ ਕਾਵਸ਼ ਦੇ ਨਾਲ ਇੱਥੇ 112 7R ਦੇ ਵਿੱਚ ਮੌਜੂਦ ਨੇ ਜੀ। ਅੱਛਾ ਹਸਨ ਭਾਈ ਇਹ ਦੱਸੋ ਕਿ ਬਿਲਕੁਲ ਉਹਨਾਂ ਨੇ ਅੱਛੀ ਬਿਲਕੁਲ ਕਾਵਿਸ਼ ਕੀਤੀ ਹੈ ਇਸ ਪਿੰਡ ਵਾਸਤੇ ਕਿ ਇਹ ਬੁਨਿਆਦੀ ਚੀਜ਼ਾਂ ਸਨ ਔਰ ਉਹ ਲੈ ਕੇ ਆਏ ਆਪਣੀ ਮਿਹਨਤ ਨਾਲ, ਆਪਣੀ ਐਫਰਟ ਨਾਲ। ਤੁਸੀਂ ਇਹ ਦੱਸੋ ਵੀ ਇਸ ਪਿੰਡ ਦੇ ਅੰਦਰ ਸਕੂਲ ਕਿਤਨੇ ਨੇ? ਇਸ ਪਿੰਡ ਦੇ ਅੰਦਰ ਜਿਹੜੇ ਗੌਰਮੈਂਟ ਸਕੂਲ ਉਹ ਸੀ 2, ਇੱਕ ਪ੍ਰਾਇਮਰੀ ਔਰ ਇੱਕ ਸੀ ਮਿਡਲ ਗਰਲਸ। ਜਿਹੜਾ ਪ੍ਰਾਇਮਰੀ ਹੈ ਉਹ ਗਰਲਸ ਦਾ ਹੈ ਜਾਂ ਬॉयਜ਼ ਦਾ ਜੀ, ਬॉयਜ਼ ਦਾ। ਤੇ ਉਸ ਤੋਂ ਇਲਾਵਾ ਸਾਡੇ ਪਿੰਡ ਦੇ ਵਿੱਚ ਬਿਲਾਲ ਪਬਲਿਕ ਸਕੂਲ ਜਿਹੜਾ ਕਿ ਉਹ ਵੀ ਹੁਣ ਤੱਕ ਗੌਰਮੈਂਟ ਦਾ ਇਦਾਰਾ ਹੀ ਹੈ, ਉਹਨਾਂ ਦੇ ਨਾਲ ਮੁਨਸਲਕ ਹੈ ਔਰ ਉਹ ਮਾਸ਼ਾਅੱਲਾ ਬਹੁਤ ਅੱਛਾ ਕੰਮ ਕਰ ਰਿਹਾ ਜੀ। ਬਿਲਾਲ ਪਬਲਿਕ ਸਕੂਲ ਉਹ ਵੀ ਹਾਈ ਸਕੂਲ ਹੈ। ਔਰ ਉਸ ਤੋਂ ਇਲਾਵਾ ਸਕੂਲ ਹੋਰ ਵੀ ਨੇ ਪ੍ਰਾਈਵੇਟ 2-3, ਲੇਕਿਨ ਜਿਹੜਾ ਬਹੁਤ ਅੱਛਾ ਕੰਮ ਕਰ ਰਿਹਾ ਉਹ ਬਿਲਾਲ ਪਬਲਿਕ ਸਕੂਲ ਸਾਡਾ ਜਿਹੜਾ ਹੈ ਨਾ, ਉੱਥੇ ਬੜਾ ਅੱਛਾ ਕੰਮ ਹੋ ਰਿਹਾ ਮਾਸ਼ਾਅੱਲਾ। ਜੀ ਹਸਨ ਭਾਈ, ਮੇਰਾ ਅਗਲਾ ਸਵਾਲ ਤੁਹਾਡੇ ਨਾਲ ਇਹ ਹੈ ਕਿ ਤੁਹਾਡੇ ਇਸ ਪਿੰਡ ਦੀ ਕੁੱਲ ਆਬਾਦੀ ਅੰਦਾਜ਼ੇ ਦੇ ਮੁਤਾਬਕ ਕਿੰਨੀ ਹੈ? ਤਕਰੀਬਨ ਸਾਡਾ 5000 ਪਲੱਸ ਜਿਹੜਾ ਹੈ ਨਾ ਉਹ ਵਾਟ ਸਾਡਾ ਹੈ, ਜਿਹਦੇ ਵਿੱਚ ਮਤਲਬ ਕਿ ਬਾਲਗ ਲੋਕ ਨੇ ਨਾ, ਤੇ ਅਗਰ ਤੁਸੀਂ ਓਵਰਆਲ ਦੇਖੋ ਤੇ 10000 ਦੇ ਰਾਊਂਡ ਅਬਾਊਟ ਬਣਦੀ ਹੈ। ਪੁੱਛਿਆ ਕਿ ਤਰੱਕੀਆਤੀ ਕੰਮ ਦੇ ਹਵਾਲੇ ਨਾਲ ਔਰ ਦੌਰੇ ਹਕੂਮਤ ਮੁਕਾਮੀ MPs MNA ਸਾਡੇ ਨੇ, ਤੇ ਉਹਦੇ ਵਿੱਚ ਇਹ ਹੈ ਕਿ ਮਾਡਲ ਵਿਲੇਜ ਜਿਹੜਾ ਕਿ CM ਸਾਹਿਬਾ ਦਾ ਇੱਕ ਬੜਾ ਅੱਛਾ ਇਨੀਸ਼ੀਏਟਿਵ ਹੈ, ਉਹਦੇ ਵਿੱਚ 112 7R ਸਾਡਾ ਜਿਹੜਾ ਇੱਕ ਗਾँव ਹੈ ਉਹ ਇਨਸ਼ਾਅੱਲਾ ਤਾਲਾ ਚੌਧਰੀ ਸਾਹਿਬਾਨ, ਚੌਧਰੀ ਹਨੀਫ ਜੱਟ ਸਾਹਿਬ ਔਰ ਚੌਧਰੀ ਤੁਫੈਲ ਜੱਟ ਸਾਹਿਬ MNA ਔਰ MPA ਸਾਹਿਬ ਉਹਨਾਂ ਦੇ ਨੋਟਿਸ ਵਿੱਚ ਹੈ ਔਰ ਉਹਨਾਂ ਨੇ ਸਾਡੇ ਨਾਲ ਵਾਅਦਾ ਵੀ ਕੀਤਾ ਔਰ ਇਨਸ਼ਾਅੱਲਾ ਤਾਲਾ ਉਹ ਬਹੁਤ ਜਲਦ ਜਿਹੜਾ ਹੈ ਉਹਦੀ ਅਨਾਊਂਸਮੈਂਟ ਵੀ ਹੋਏਗੀ
ਔਰ ਇਹ ਸਾਡੇ 112 ਸੈਵਨਾਰ ਦੀ ਆਵਾਮ ਵਾਸਤੇ ਇੱਕ ਬਹੁਤ ਬੜਾ ਜਿਹੜਾ ਹੈ ਇੱਕ ਬਹੁਤ ਬੜਾ ਅੱਛਾ ਸਟੈਪ ਹੋਏਗਾ। ਔਰ ਜਦੋਂ ਉਹਦੀ ਮਨਜ਼ੂਰੀ ਹੋ ਜਾਏਗੀ ਤੇ ਉਸ ਤੋਂ ਬਾਅਦ ਮੇਰਾ ਖਿਆਲ ਹੈ ਕਿ ਨਾਸਰ ਭਾਈ ਇਹ ਜਿਹੜੇ ਆ ਮਾਮਲਾਤ ਨੇ ਛੋਟੇ ਛੋਟੇ ਤੁਸੀਂ ਦੱਸੇ ਆ ਜਾਂ ਆਪਾਂ ਆਊਟਲਾਈਨ ਕੀਤੇ ਆ ਜੋ ਵੀ ਚੀਜ਼ਾਂ ਨੇ ਇਹ ਸਭ ਫਿਰ ਜਿਹੜੇ ਹੈ ਨਾ ਖ਼ਤਮ ਹੋ ਜਾਣਗੀਆਂ, ਉਹ ਸਭ ਉਹਦੇ ਵਿੱਚ ਹੀ ਆ ਜਾਣਗੀਆਂ। ਔਰ ਅਨਕਰੀਬ ਇਨਸ਼ਾ ਅੱਲਾਹ ਤਾਲਾ ਇਹ ਜਿਹੜਾ ਹੈ ਇਹ ਹੋ ਰਿਹਾ, ਇਨਸ਼ਾ ਅੱਲਾਹ ਤਾਲਾ ਇਹ ਹੋ ਜਾਣਾ ਸਰ। 112 ਸੈਵਨਾਰ ਮਾਡਲ ਵਿਲੇਜ ਦੇ ਵਿੱਚ ਇਹ ਪਿੰਡ ਸਾਡਾ ਸ਼ਾਮਿਲ ਹੋ ਜਾਣਾ ਸਰ। ਸਾਡੇ ਪਿੰਡ ਦੀ ਜਿਹੜੀ ਆਬਾਦੀ ਹੈ ਨਾ ਉਹ ਬਹੁਤ ਜ਼ਿਆਦਾ ਹੈ। ਸਾਡੇ ਪਿੰਡ ਦਾ ਰਕਬਾ ਵੀ ਜਿਹੜਾ ਹੈ ਨਾ ਉਹ ਕਾਫੀ ਜ਼ਿਆਦਾ ਹੈ। ਇਸ ਵਾਸਤੇ ਇਹ ਬੁਨਿਆਦੀ ਜ਼ਰੂਰਤ ਹੈ ਸਾਡੀ। ਔਰ ਇਨਸ਼ਾ ਅੱਲਾਹ ਤਾਲਾ ਬਹੁਤ ਜਲਦ ਜਿਹੜਾ ਹੈ ਇਹ ਇੱਕ ਤੋਹਫਾ ਜਿਹੜਾ ਹੈ ਉਹਨਾਂ ਦੀ ਤਰਫੋਂ 112 ਸੈਵਨਾਰ ਨੂੰ ਇਨਸ਼ਾ ਅੱਲਾਹ ਤਾਲਾ ਮਿਲਣ ਜਾ ਰਿਹਾ। ਭਾਈ ਤੁਸੀਂ 5000 ਇਸ ਪਿੰਡ ਦੀ ਆਬਾਦੀ ਹੈ। ਇਸ 5000 ਦੀ ਆਬਾਦੀ ਦੇ ਵਿੱਚ ਜਿਹੜੀਆਂ ਬੁਨਿਆਦੀ ਸਹੂਲਤਾਂ ਨੇ ਉਹਨਾਂ ਦੇ ਵਿੱਚ ਸੀਵਰੇਜ ਹੈ, ਪਾਣੀ ਦਾ ਨਿਜ਼ਾਮ ਹੈ ਜਾਂ ਦੀਗਰ ਚੀਜ਼ਾਂ ਸ਼ਾਮਲ ਨੇ। ਤੁਸੀਂ ਇਹ ਦੱਸੋ ਤੁਹਾਡੇ ਪਿੰਡ ਦੇ ਵਿੱਚ ਜਿਹੜੇ ਗੌਰਮੈਂਟ ਦੀ ਤਰਫੋਂ ਤੁਹਾਨੂੰ ਮਿਲੇ ਨੇ ਫਿਲਟਰੇਸ਼ਨ ਪਲਾਂਟ ਜਿਹੜੇ ਨੇ ਉਹ ਕਿੰਨੇ ਨੇ? ਫਿਲਟਰੇਸ਼ਨ ਪਲਾਂਟ ਗੌਰਮੈਂਟ ਦੀ ਤਰਫੋਂ ਤਾਂ ਸਾਨੂੰ ਨਹੀਂ ਮਿਲਿਆ। ਇੱਕ ਆਪਣੀ ਮਦਦਾਤ ਦੇ ਤਹਿਤ ਚਲਾਇਆ ਜਾ ਰਿਹਾ ਹੈ, ਉਹ ਮੈਨੇਜ ਕਰ ਰਹੇ ਆ ਇੱਥੇ ਚੌਕ ਦੇ ਵਿੱਚ ਹੀ ਸਾਡੇ ਹੁੰਦਾ ਹੈ ਤੇ ਉਸ ਫਿਲਟਰ ਨੂੰ ਜਿਹੜਾ ਹੈ ਚਲਾਇਆ ਜਾ ਰਿਹਾ ਔਰ ਗੁਜ਼ਾਰਾ ਕੀਤਾ ਜਾ ਰਿਹਾ। ਸਰ ਬਿਲਕੁਲ ਮੈਂ ਉਸ ਫਿਲਟਰੇਸ਼ਨ ਪਲਾਂਟ ਦਾ ਅੱਜ ਸਰਵੇ ਕੀਤਾ, ਵੇਖਿਆ ਮਸਜਿਦ ਦੇ ਬਿਲਕੁਲ ਨਾਲ ਹੈ ਉਹ, ਔਰ ਮੈਂ ਉਹਦੀ ਅੱਜ ਹਾਲਤ ਜ਼ਾਹਰ ਵੇਖੀ ਹੈ ਕਿ ਇੱਕ ਤਾਂ ਉਹਦੇ ਤੇ ਕਾਈ ਬਹੁਤ ਜ਼ਿਆਦਾ ਹੈ, ਜਿੱਥੇ ਟੂਟੀਆਂ ਲੱਗੀਆਂ ਹੋਈਆਂ ਨੇ ਉੱਥੇ ਕਾਈ ਬਹੁਤ ਜ਼ਿਆਦਾ ਹੈ। ਦੂਸਰਾ ਇਹ ਕਿ ਮਸਜਿਦ ਦਾ ਅੱਲਾ ਦਾ ਘਰ ਹੈ, ਉਹਦੇ ਜਿਹੜਾ ਸੀਵਰੇਜ ਸਿਸਟਮ ਹੈ ਉਹਦਾ ਜੋ ਹੌਦੀ ਹੈ ਉਹ ਬਾਹਰ ਬਣੀ ਹੋਈ ਹੈ ਤੇ ਬਿਲਕੁਲ ਫਿਲਟਰ ਪਲਾਂਟ ਦੇ ਨਾਲ ਹੈ। ਉੱਥੇ ਖੜੋਤਿਆਂ ਕਾਫੀ ਸਮੈਲ ਆਉਂਦੀ ਹੈ, ਸਾਹਮਣੇ ਖਾਲਾ ਵੀ ਹੈ, ਉਹਦੇ ਵਿੱਚ ਵੀ ਕਾਫੀ ਗੰਦਗੀ ਹੈ। ਉਸ ਬਾਰੇ 'ਚ ਤੁਸੀਂ ਕੀ ਕਹਿਣਾ ਚਾਹੋਗੇ? ਇਹ ਕੀ ਮਾਮਲਾ ਹੈ? ਕਿਉਂ ਇਸ ਤਰ੍ਹਾਂ ਇਹਦੀ ਕੋਈ ਸਫਾਈ ਸੁਥਰਾਈ ਦਾ ਇੰਤਜ਼ਾਮ ਨਹੀਂ ਹੈ? ਜੀ ਬਿਲਕੁਲ ਤੁਸੀਂ ਬਜਾ ਫਰਮਾਇਆ ਹੈ। ਬੇਸਿਕਲੀ ਜਿੱਥੇ ਪਾਣੀ ਦਾ ਸਿਸਟਮ ਹੈ ਜਾਂ ਖੁਰਾਕ ਦਾ ਸਿਸਟਮ ਹੈ ਉੱਥੇ ਇਹਨਾਂ ਚੀਜ਼ਾਂ ਦਾ ਹੋਣਾ ਨਜ਼ਦੀਕ ਤਾਂ ਨਹੀਂ ਬਣਦਾ, ਲੇਕਿਨ ਫਿਲਹਾਲ ਮਜਬੂਰੀ ਹੈ ਔਰ ਇਹ ਸਿਸਟਮ ਚੱਲ ਰਿਹਾ। ਲੇਕਿਨ ਇਨਸ਼ਾ ਅੱਲਾਹ ਤਾਲਾ ਅਨਕਰੀਬ ਜਿਹੜੇ ਆਉਣ ਵਾਲੇ ਦਿਨ ਨੇ ਉਹਨਾਂ ਦੇ ਵਿੱਚ ਸਾਨੂੰ ਜਿਹੜਾ ਹੈ ਨਾ ਇਨਸ਼ਾ ਅੱਲਾਹ ਗੌਰਮੈਂਟ ਦੀ ਤਰਫੋਂ ਇੱਕ ਅੱਛੀ ਸਿਚੁਏਸ਼ਨ 'ਤੇ ਅੱਛੀ ਲੋਕੇਸ਼ਨ 'ਤੇ ਜਿੱਥੇ ਮਤਲਬ ਕਿ ਇਸ ਚੀਜ਼ ਦੀ ਜ਼ਰੂਰਤ ਹੁੰਦੀ ਹੈ ਉਹ ਇਨਸ਼ਾ ਅੱਲਾਹ ਤਾਲਾ ਇੱਕ ਫਿਲਟਰ ਜਿਹੜਾ ਹੈ ਨਾ ਉਹਦਾ ਹੋਏਗਾ, ਇੰਤਜ਼ਾਮ ਹੋਏਗਾ ਇਨਸ਼ਾ ਅੱਲਾਹ ਤਾਲਾ ਉਹ ਇੱਕ ਬਣ ਜਾਏਗਾ। ਲੇਕਿਨ ਉਸ ਵਕਤ ਤੱਕ ਕਿਉਂਕਿ ਮਸਜਿਦ ਦੇ ਨਾਲ ਇਹ ਮੌਜੂਦ ਹੈ ਚੌਕ ਦੇ ਵਿੱਚ ਤੇ ਨਾ ਹੋਣ ਨਾਲੋਂ ਬਿਹਤਰ ਹੈ। ਜੀ ਬਿਲਕੁਲ ਤੁਹਾਡੀ ਗੱਲ ਬਜਾ ਹੈ ਕਿ ਇਨਸ਼ਾਅੱਲਾ ਆਉਣ ਵਾਲੇ ਵਕਤ 'ਚ ਇਹ ਮਾਮਲਾ ਹੱਲ ਹੋਏਗਾ। ਲੇਕਿਨ ਤੁਹਾਡੀ ਜਿਤਨੀ ਇਹ ਆਬਾਦੀ ਹੈ ਇੱਥੇ ਕਮ ਸੇ ਕਮ 2 ਤੋਂ 3 ਫਿਲਟਰੇਸ਼ਨ ਪਲਾਂਟ ਹੋਣ ਤੇ ਇਸ ਇਲਾਕੇ ਦਾ ਗੁਜ਼ਾਰਾ ਹੋ ਸਕਦਾ। ਤੁਹਾਡਾ ਇਹਦੇ ਬਾਰੇ 'ਚ ਕੀ ਖਿਆਲ? ਜੀ ਬਿਲਕੁਲ ਤੁਸੀਂ ਬਜਾ ਫਰਮਾਇਆ ਔਰ ਸਾਫ ਸੁਥਰਾ ਪੰਜਾਬ ਦੀ ਜਿਹੜੀ ਟੀਮ ਹੈ ਉਹ ਆਂਦੀ ਹੈ, ਰੈਗੂਲਰ ਕੰਮ ਕਰ ਰਹੀ ਹੈ, ਅੱਛਾ ਕੰਮ ਕਰ ਰਹੀ ਹੈ। ਲੇਕਿਨ ਕਿਉਂਕਿ ਪਿੰਡ ਬਹੁਤ ਜ਼ਿਆਦਾ ਹੈ, ਟੀਮ ਥੋੜ੍ਹੀ ਹੈ ਔਰ ਇਨਸ਼ਾ ਅੱਲਾਹ ਤਾਲਾ ਉਹਦੇ 'ਤੇ ਕੋਸ਼ਿਸ਼ ਵੀ ਕੀਤੀ ਜਾ ਰਹੀ ਕਿ ਟੀਮ ਨੂੰ बढ़ा ਕੇ ਔਰ ਪੂਰੇ ਪਿੰਡ ਨੂੰ ਕਵਰ ਕੀਤਾ ਜਾਵੇ ਕਿਉਂਕਿ ਪਿੰਡ ਜਿਹੜਾ ਹੈ ਨਾ ਬਹੁਤ ਜ਼ਿਆਦਾ ਏਰੀਏ ਦੇ ਵਿੱਚ ਹੈ। ਜੀ ਬਿਲਕੁਲ ਮੈਂ ਅੱਜ ਸਾਰਾ ਸਰਵੇ ਕੀਤਾ ਤੁਹਾਡੇ ਪਿੰਡ ਦਾ, ਉਹਦੇ ਵਿੱਚ ਲੋਕਾਂ ਦੇ ਜਿਹੜੇ ਕਮੈਂਟਸ ਨੇ ਉਹ ਬੜੇ ਮਾਈਨਸ ਆਏ ਨੇ ਕਿ ਸੁਥਰਾ ਪੰਜਾਬ ਦੀ ਟੀਮ ਜਿਹੜੀ ਹੈ ਉਹ ਬਿਲਕੁਲ ਇਥੋਂ ਕੂੜਾ ਕਰਕਟ ਜਿਹੜੀ ਹੈ ਨਾ ਬਹੁਤ ਕਮ ਉਠਾਉਂਦੀ ਹੈ ਔਰ ਬਹੁਤ ਕਮ ਤਾਦਾਦ ਹੈ। ਵਾਕਈ ਇਹਨਾਂ ਦੇ ਜੋ ਵਰਕਰ ਨੇ ਉਹਨਾਂ ਦੀ ਬਹੁਤ ਤਾਦਾਦ ਕਮ ਹੈ ਔਰ ਮੈਂ ਦੇਖਿਆ ਕਿ ਜਗ੍ਹਾ ਜਗ੍ਹਾ ਤੇ ਕੂੜਾ ਕਰਕਟ ਯਾਨੀ ਕਿ ਕਾਫੀ ਹੱਦ ਤੱਕ ਫੈਲਿਆ ਹੋਇਆ। ਦੂਸਰੇ ਨੰਬਰ ਤੇ ਮੇਰਾ ਤੁਹਾਨੂੰ ਇਹ ਸਵਾਲ ਹੈ ਕਿ ਅਕਸਰ ਹਰ ਪਿੰਡ ਦੇ ਬਾਹਰਲੀ ਸਾਈਡ ਤੇ ਜਿਹੜਾ ਸੁਥਰਾ ਪੰਜਾਬ ਦਾ ਕਲੈਕਸ਼ਨ ਪੁਆਇੰਟ ਹੁੰਦਾ ਹੈ ਨਾ ਉਹ ਬਾਹਰ ਪਿੰਡ ਤੋਂ ਬਾਹਰ ਲਗਾਇਆ ਜਾਂਦਾ ਹੈ। ਮੈਂ ਵਾਹਦ ਹੈ ਗਾਉਂ ਵੇਖਿਆ ਹੈ, ਤੁਹਾਡਾ ਪਿੰਡ ਵੇਖਿਆ ਜਿਹਦੇ ਵਿੱਚ ਦਰਮਿਆਨ ਦੇ ਬਿਲਕੁਲ ਤੁਹਾਡੇ ਮੇਨ ਚੌਕ ਦੇ ਨਾਲ ਹੀ ਇਹ ਸੁਥਰਾ ਪੰਜਾਬ ਦੀ ਕਲੈਕਸ਼ਨ ਸੈਂਟਰ ਜਿਹੜਾ ਉਹਨਾਂ ਨੇ ਬਣਾਇਆ ਹੈ। ਕਿਆ ਇਹਦੇ ਨਾਲ ਪਿੰਡ ਦੇ ਵਿੱਚ ਬਿਮਾਰੀਆਂ ਫੈਲਣ ਦਾ ਖਤਰਾ ਨਹੀਂ ਹੈ? ਵਬਾਈ ਬਿਮਾਰੀਆਂ ਫੈਲ ਸਕਦੀਆਂ ਨੇ, ਮਲੇਰੀਆ ਹੋ ਸਕਦਾ ਹੈ, ਕੋਈ ਹੋਰ ਮਾਮਲਾ ਦਰਪੇਸ਼ ਆ ਸਕਦਾ ਹੈ, ਇਹਦੇ ਬਾਰੇ ਤੁਸੀਂ ਕੀ ਕਹੋਗੇ? ਜੀ ਬਿਲਕੁਲ ਤੁਸੀਂ ਬਜਾ ਫਰਮਾਇਆ ਹੈ। ਗੰਦਗੀ ਤੋਂ ਹੀ ਜਿਹੜੇ ਬਿਮਾਰੀਆਂ ਪੈਦਾ ਹੁੰਦੀਆਂ ਨੇ, ਜਰਾਸੀਮ ਹੋ ਗਿਆ, ਬੈਕਟੀਰੀਆ ਹੋ ਗਿਆ, ਇਹ ਮਲੇਰੀਆ ਹੋ ਗਿਆ, ਅੱਗੇ ਸਾਰੀਆਂ ਚੀਜ਼ਾਂ ਇਹ ਹੁੰਦੀਆਂ ਨੇ। ਲੇਕਿਨ ਉਹਦੇ ਵਿੱਚ ਮੈਂ ਤੁਹਾਨੂੰ ਦੱਸਦਾ ਚੱਲਾਂ ਕਿ ਜਿਹੜੀ ਇੱਕ ਪਾਲਿਸੀ ਹੈ ਨਾ ਗੌਰਮੈਂਟ ਦੀ, ਉਹਦੇ ਵਿੱਚ ਜਿਹੜਾ ਸੂਬਾਈ ਹਕੂਮਤ ਦਾ ਰਕਬਾ ਹੈ ਜਿੱਥੇ ਵੀ ਪਿੰਡ ਦੇ ਵਿੱਚ ਮੌਜੂਦ ਪਿਆ ਹੁੰਦਾ ਹੈ, ਇਹ ਗੌਰਮੈਂਟ ਦੇ ਨਾਲ ਮੁਲਹਿਕਾ ਜਿਹੜਾ ਰਕਬਾ ਹੁੰਦਾ ਹੈ ਉੱਥੇ ਹੀ ਇਸ ਯੂਨਿਟ ਨੂੰ ਜਿਹੜਾ ਹੈ ਨਾ ਉਹ ਰੱਖਿਆ ਜਾਂਦਾ ਹੈ। ਫਿਲਹਾਲ ਜਿੱਥੇ ਇਹ ਪਿੰਡ ਦੀ ਸੈਂਟਰ ਦੇ ਵਿੱਚ ਵਕਤੀ ਤੌਰ ਤੇ ਇਹਨੂੰ ਜਿਹੜਾ ਹੈ ਇੱਥੇ ਲਾਂਚ ਕੀਤਾ ਗਿਆ ਹੈ
ਲੇਕਿਨ ਇਹਦੇ ਤੇ ਇਨਸ਼ਾਅੱਲਾ ਵਰਕਿੰਗ ਹੋ ਰਹੀ ਹੈ ਔਰ ਅਸੀਂ ਰਿਕੁਐਸਟ ਵੀ ਕੀਤੀ ਹੈ ਕਿਉਂਕਿ ਸਾਡੇ ਜਿਹੜੇ ਮਕਾਮੀ MPAs MNAs ਨੇ ਉਹ ਮਾਸ਼ਾਅੱਲਾ ਬੜਾ ਸਾਨੂੰ ਸਪੋਰਟ ਕਰਦੇ ਨੇ ਹਰ ਤਰ੍ਹਾਂ ਹਰ ਮੌਕੇ 'ਤੇ। ਜਦੋਂ ਵੀ ਉਹਨਾਂ ਦਾ ਦੌਰੇ ਹੁਕੂਮਤ ਆਇਆ ਹੈ ਉਹਨਾਂ ਨੇ ਸਾਡੀ ਬਹੁਤ ਜ਼ਿਆਦਾ ਜਿਹੜੀ ਹੈ ਉਹ ਸਪੋਰਟ ਕੀਤੀ ਹਰ ਲਿਹਾਜ਼ ਦੇ ਨਾਲ। ਪਿੰਡ ਦੇ ਵਿੱਚ ਤਰੱਕੀਆਤੀ ਕੰਮ ਜਿਹੜੇ ਹੁੰਦੇ ਨੇ ਤੇ ਅਸੀਂ ਇਹ ਰਿਕੁਐਸਟ ਉਹਨਾਂ ਤੱਕ ਪਹੁੰਚਾਈ ਹੈ ਔਰ ਉਹ ਇਹ ਵਰਕਿੰਗ ਜਾ ਰਹੀ ਹੈ। ਇਨਸ਼ਾਅੱਲਾ ਤਾਲਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜਾ ਕਲੈਕਸ਼ਨ ਸੈਂਟਰ ਹੈ ਇਹ ਤੋਂ ਪਿੰਡ ਤੋਂ ਨਿਕਲ ਕੇ ਇਨਸ਼ਾਅੱਲਾ ਤਾਲਾ ਬਾਹਰ ਚਲਾ ਜਾਏਗਾ, ਜਿੱਥੇ ਇਨਸਾਨੀ ਜਿਹੜੀ ਜਾਨ ਹੈ ਜਾਂ ਇਨਸਾਨੀ ਜਿਸਮ ਹੈ ਉਹਨੂੰ ਕਿਸੇ ਕਿਸਮ ਦੇ ਮਾਮਲਾਤ ਜਿਹੜੇ ਆ ਨਾ ਬਿਮਾਰੀਆਂ ਤੋਂ ਉਹ ਖਦਸ਼ਾਤ ਜਿਹੜੇ ਆ ਉਹ ਦੂਰ। ਬਿਲਕੁਲ ਜੀ, ਇਹ ਬਹੁਤ ਜ਼ਰੂਰੀ ਚੀਜ਼ ਹੈ ਔਰ ਕੋਸ਼ਿਸ਼ ਕਰਿਓ ਕਿ ਜਲਦ ਤੋਂ ਜਲਦ ਇਸ ਮਾਮਲੇ ਨੂੰ ਹੱਲ ਕਰੋ ਕਿਉਂਕਿ ਗਰਮੀ ਆ ਗਈ ਹੈ। ਗਰਮੀ ਦੇ ਵਿੱਚ ਸਭ ਤੋਂ ਜ਼ਿਆਦਾ ਮਲੇਰੀਆ, ਟਾਈਫਾਇਡ, ਇਹ ਉਹ ਇਸ ਤਰ੍ਹਾਂ ਦੀ ਵਬਾਈ ਬਿਮਾਰੀਆਂ ਜਿਹੜੀਆਂ ਨੇ ਉਹ ਫੈਲਣ ਦਾ ਜ਼ਿਆਦਾ ਖਦਸ਼ਾ ਹੁੰਦਾ ਹੈ ਤੇ ਇਹ ਅਗਰ ਕਲੈਕਸ਼ਨ ਸੈਂਟਰ ਇੱਥੇ ਹੀ ਮੌਜੂਦ ਰਿਹਾ ਤੇ ਇਹਨਾਂ ਗਰਮੀਆਂ ਦੇ ਵਿੱਚ ਕਾਫੀ ਨੁਕਸਾਨਾਤ ਹੋਣ ਦਾ ਖਤਰਾ ਹੈ। ਦੂਸਰਾ ਮੇਰਾ ਤੁਹਾਡੇ ਤੇ ਸਵਾਲ ਇਹ ਹੈ ਕਿ ਤੁਹਾਡਾ ਜਿਹੜਾ ਹੈਲਥ ਸੈਂਟਰ ਹੈ ਇੱਥੇ ਜਿਹੜਾ ਕਿ ਮਰੀਮ ਨਵਾਜ਼ ਸਾਹਿਬਾ ਨੇ ਹੈਲਥ ਸੈਂਟਰ ਬਣਾਇਆ ਹੈ ਉਹ ਇੱਕ ਪੁਆਇੰਟ ਤੇ ਉਹਦਾ ਜ਼ੇਰੇ ਕੰਸਟਰਕਸ਼ਨ ਹੈ ਔਰ ਦੂਸਰਾ ਜਿੱਥੇ ਉਹ ਆਬਾਦੀਆਂ ਵਗੈਰਾ ਜਾਂ ਉਹਨਾਂ ਦੀ ਰੈਜ਼ੀਡੈਂਸ ਹੈ ਉਹਦੇ ਵਿੱਚ ਮੈਂ ਇਹ ਵੇਖਿਆ ਕਿ ਉਹ ਕੂੜੇ ਦੀ ਆਵਾਜਾਈ ਬਣ ਗਈ ਹੈ। ਜਿਸ ਤਰ੍ਹਾਂ ਕਿ ਇਹਨਾਂ ਦਾ ਸੁਥਰਾ ਪੰਜਾਬ ਦਾ ਕਲੈਕਸ਼ਨ ਸੈਂਟਰ ਹੈ ਐਵੇਂ ਹੀ ਉਹ ਪਿੰਡ ਵਾਲਿਆਂ ਦਾ ਕਲੈਕਸ਼ਨ ਸੈਂਟਰ ਹੈ, ਉਹਦੇ ਵਿੱਚ ਕੂੜਾ ਕਰਕਟ ਵੀ ਫੈਂਕ ਰਹੇ ਨੇ ਸਾਰੇ। तमाम ਨਾਲੀਆਂ ਦਾ ਪਾਣੀ ਵੀ ਜਿਹੜਾ ਹੈ ਉਹਦੇ ਅੰਦਰ ਜਾ ਰਿਹਾ ਔਰ ਬਿਲਡਿੰਗ ਇਤਨੀ ਖਸਤਾ ਹੋ ਚੁੱਕੀ ਹੈ ਕਿਸੇ ਵਕਤ ਵੀ ਕੋਈ ਵੀ ਹਾਦਸਾ ਹੋ ਸਕਦਾ। ਇਹਦੇ ਬਾਰੇ 'ਚ ਤੁਸੀਂ ਕੀ ਐਫਰਟ ਕਰ ਰਹੇ ਹੋ ਜਾਂ ਕੀ ਤੁਹਾਡਾ ਉਹਦੇ ਖਿਆਲ ਹੈ? ਜੀ ਦਰਅਸਲ ਨਾ ਜਿਹੜਾ BHU ਸੈਂਟਰ ਹੈ ਨਾ ਸਾਡਾ ਬੇਸਿਕ ਹੈਲਥ ਯੂਨਿਟ, ਇਹ ਕਾਫੀ ਜ਼ਿਆਦਾ ਰਕਬੇ 'ਤੇ ਇਹ ਮੌਜੂਦ ਹੈ। ਰਕਬਾ ਜ਼ਿਆਦਾ ਹੋਣ ਦੀ ਵਜ੍ਹਾ ਤੋਂ ਜਿਹੜੇ ਸਰਵੈਂਟ ਕੁਆਟਰ ਹੁੰਦੇ ਆ ਨਾ ਜਿੱਥੇ ਮਤਲਬ ਕਿ ਸਰਵਿਸ ਕਰਦੇ ਆ ਮਤਲਬ ਇੱਕ ਹਸਪੀਟਲ ਦੇ ਵਿੱਚ ਜਿਹੜੇ ਮੁਲਾਜ਼ਮੀਨ ਨੇ ਉਹਨਾਂ ਨੂੰ ਜਿਹੜੇ ਸਰਵਿਸ ਕਰਦੇ ਆ ਉਹਨੇ ਰਿਹਾਇਸ਼ ਵਾਸਤੇ ਗੌਰਮੈਂਟ ਨੇ ਕੁਆਟਰ ਬਣਾਏ ਹੋਏ ਸੀ। ਉਹ ਕਾਫੀ ਜਿਹੜਾ ਹੈ ਨਾ ਉਸ ਜਿੱਥੇ ਉਹ ਬਿਲਡਿੰਗ ਸੀ ਨਾ ਉਸ ਤੋਂ ਹਟ ਕੇ ਸੀ ਕਿਉਂਕਿ ਉੱਥੇ ਰਿਹਾਇਸ਼ ਕੋਈ ਨਹੀਂ ਹੈ, ਉਹ ਖਾਲੀ ਪਏ ਹੋਇਆ ਜਿਸ ਵਜ੍ਹਾ ਤੋਂ ਇਹ ਮਸਾਇਲ ਥੋੜ੍ਹੇ ਜਿਹੇ ਬੜੇ ਆ ਔਰ ਇਹ ਨੋਟਿਸ ਵਿੱਚ ਵੀ ਨੇ ਔਰ 2-3 ਮੀਟਿੰਗਸ ਵੀ ਹੋ ਚੁੱਕੀਆਂ ਨੇ ਇਸ ਮਾਮਲੇ ਦੇ ਵਿੱਚ ਨਾ ਡਾਕਟਰਸ ਦੇ ਨਾਲ ਮੇਰੀਆਂ। ਤੇ ਇਹ ਅਸੀਂ ਇਸੇ ਤਰ੍ਹਾਂ ਸੇਮ ਐਜ਼ ਇਟ ਮੈਸੇਜ ਔਰ ਸਭ ਚੀਜ਼ਾਂ ਅਸੀਂ ਆਪਣੇ MPA ਸਾਹਿਬ ਨੂੰ MNA ਸਾਹਿਬ ਨੂੰ ਅਸੀਂ ਇਹ ਸਾਰੀਆਂ ਚੀਜ਼ਾਂ ਦਸੀਆਂ ਨੇ ਔਰ ਇਨਸ਼ਾਅੱਲਾ ਤਾਲਾ ਉਹਨਾਂ ਨੇ ਸਾਡੇ ਨਾਲ ਵਾਅਦਾ ਵੀ ਕੀਤਾ ਹੈ ਔਰ ਉਹ ਬਹੁਤ ਅਨਕਰੀਬ ਇਨਸ਼ਾਅੱਲਾ ਤਾਲਾ ਇਹਦਾ ਇੱਕ ਮੁਅੱਸਰ ਹੱਲ ਵੀ ਨਿਕਲੇਗਾ ਔਰ ਵਕਤੀ ਤੌਰ ਤੇ ਇਨਸ਼ਾਅੱਲਾ ਤਾਲਾ ਕੋਈ ਐਲਾਨਾਤ ਦਾ ਵੀ ਸਿਲਸਿਲਾ ਸ਼ੁਰੂ ਕਰਕੇ। ਬਿਲਕੁਲ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਇਹਦੇ ਤੇ ਕੰਮ ਕਰੋ, ਇਹਨੂੰ ਜਲਦ ਤੋਂ ਜਲਦ ਹੱਲ ਕਰਨ ਦੀ ਕੋਸ਼ਿਸ਼ ਕਰੋ ਤੇ ਉਹਦੇ ਵਾਸਤੇ ਤੁਸੀਂ ਕੀ ਸੋਚਿਆ? ਲੇਕਿਨ ਉਹਦੇ ਵਿੱਚ ਨਾ ਜਿਹੜਾ ਤੁਸੀਂ ਪਾਣੀ ਦੀ ਗੱਲ ਕਰ ਰਹੇ ਹੋ ਨਾ ਕਿਉਂਕਿ ਹਮੇਸ਼ਾ ਰਿਐਲਿਟੀ ਬੇਸਿਸ ਨੂੰ ਰੱਖ ਕੇ ਬੰਦਾ ਅੱਗੇ ਚੱਲਦਾ ਜਾਂ ਗੱਲ ਕਰਦਾ ਜਾਂ ਉਹਦਾ ਮਸਲੇ ਦਾ ਹੱਲ ਨਿਕਲਦਾ। ਬਾਜ਼ ਔਕਾਤ ਉਹ ਜਿਹੜਾ ਪਾਣੀ ਪੈ ਰਿਹਾ ਹੈ ਨਾ ਉਹ ਜਿਹੜੀ ਸੜਕ ਹੈ ਉਹ ਉੱਚੀ ਹੈ ਸਾਈਡ ਤੋਂ ਉਚਾਈ ਵਾਲੇ ਔਰ ਉਹ ਆਬਾਦੀ ਥੋੜ੍ਹੀ ਜਿਹੀ ਜਿਹੜੀ ਹੈ ਨਾ ਉਹ ਡਾਊਨ ਹੈ। ਇਸ ਵਜ੍ਹਾ ਤੋਂ ਉਹ ਪਾਣੀ ਜਿਹੜਾ ਹੈ ਉਹ ਸਾਈਡ 'ਤੇ ਖਾਲੇ ਵਾਲੀ ਸਾਈਡ 'ਤੇ ਜਾ ਨਹੀਂ ਰਿਹਾ। ਉਹ ਇਨਸ਼ਾਅੱਲਾ ਤਾਲਾ ਆਉਣ ਵਾਲੇ ਦਿਨਾਂ ਦੇ ਵਿੱਚ ਪਾਣੀ ਦਾ ਜਿਹੜਾ ਹੱਲ ਹੈ ਮੁਕੰਮਲ ਕੀਤਾ ਜਾਏਗਾ, ਜਿਹਦੀਆਂ ਨਾਲੀਆਂ ਬਣਨਗੀਆਂ ਤਾਂ ਕਿ ਉਹ ਪਾਣੀ ਜਿਹੜਾ ਹੈ ਉਹ ਸੀਵਰੇਜ ਦੇ ਸਿਸਟਮ ਦੇ ਨਾਲ ਜਿਹੜਾ ਹੈ ਨਾ ਉਹ ਯੂਟੀਲਾਈਜ਼ਡ ਹੋ ਜਾਵੇ। ਉਸ ਤੋਂ ਬਾਅਦ ਫਿਰ ਇਹ ਜਿਹੜਾ ਪਾਣੀ ਹੈ ਇਹਦੀ ਰੁਕਾਵਟ ਹੋ ਜਾਏਗੀ ਔਰ ਜੋ ਕੂੜਾ ਕਰਕਟ ਲੋਕ ਉੱਥੇ ਫੈਂਕਦੇ ਆ ਉਹ ਇਨਸ਼ਾਅੱਲਾ ਤਾਲਾ ਐਲਾਨ ਵੀ ਕਰਾਂਗੇ ਔਰ ਅਵੇਅਰਨੈਸ ਵੀ ਦੇਵਾਂਗੇ, ਲੋਕਾਂ ਨੂੰ ਰਿਕੁਐਸਟ ਵੀ ਕਰਾਂਗੇ ਕਿ ਇਹ ਮਜ਼ੀਦ ਜਿਹੜਾ ਹੈ ਨਾ ਇਸ 'ਤੇ ਕੰਟਰੋਲ ਕੀਤਾ ਜਾਵੇ ਔਰ ਇਨਸ਼ਾਅੱਲਾ ਤਾਲਾ ਕਰਾਂਗੇ। ਐਲਾਨਾਤ ਵੀ ਕਰਾਵਾਂਗੇ ਕਿ ਅਗਰ ਕਿਸੇ ਨੇ ਐਲਾਨਾਤ ਤੋਂ ਬਗੈਰ ਰਿਕੁਐਸਟ ਤੋਂ ਬਾਅਦ ਵੀ ਅਗਰ ਉਹਨਾਂ ਨੇ ਕੂੜਾ ਕਰਕਟ ਉੱਥੇ ਫੈਂਕਣਾ ਨਾ ਬੰਦ ਕੀਤਾ ਤੇ ਫਿਰ ਜ਼ਾਹਿਰੀ ਗੱਲ ਹੈ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਏਗੀ। ਜੀ ਬਿਲਕੁਲ ਹੋਣੀ ਵੀ ਚਾਹੀਦੀ ਹੈ। ਤੇ ਇੱਕ ਮੇਰਾ ਆਖਰੀ ਤੁਹਾਡੇ ਕੋਲ ਇੱਕ ਕੁਐਸਚਨ ਕਿ ਮੈਂ ਅਜੇ ਤਕਰੀਬਨ ਪੂਰਾ ਪਿੰਡ ਤੁਹਾਡਾ ਸਰਵੇ ਕੀਤਾ ਹੈ, ਉਹਦੇ ਵਿੱਚ ਮੈਂ ਆਵਾਮ ਦੇ ਜਿਹੜੇ ਕਮੈਂਟਸ ਲਏ ਨੇ ਉਹਨਾਂ ਦੇ ਹਿਸਾਬ ਨਾਲ ਤੇ ਇੱਥੇ ਉਹਨਾਂ ਦਾ ਇਹ ਵੀ ਕਹਿਣ ਸੀ ਕਿ ਜਿਹੜੇ ਸਾਡੇ ਨੁਮਾਇੰਦਗਾਨ ਨੇ ਸਿਆਸੀ ਨੁਮਾਇੰਦਗਾਨ ਜਦੋਂ ਦੇ ਉਹ ਇੱਥੋਂ ਉਹਨਾਂ ਨੂੰ ਇਕਤਦਾਰ ਮਿਲਿਆ ਜਾਂ ਉਹ ਕਾਮਯਾਬ ਹੋਏ ਨੇ ਉਸ ਤੋਂ ਬਾਅਦ ਹਜੇ ਤੱਕ ਸਾਡੇ ਪਿੰਡ ਦਾ ਕੋਈ ਚੱਕਰ ਨਹੀਂ ਲਾਇਆ ਕਿਸੇ ਦੁੱਖ ਤੇ ਸੁੱਖ ਤੇ ਕਿਸੇ ਫੌਤਗੀ ਤੇ ਜਾਂ ਵੈਸੇ ਆ ਕੇ ਸਾਨੂੰ ਉਹਨਾਂ ਨੇ ਕਦੀ ਨਹੀਂ ਪੁੱਛਿਆ ਵੀ ਤੁਹਾਡਾ ਕੀ ਹਾਲ ਹੈ ਜਾਂ ਤੁਹਾਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ। ਇਹਦੇ ਬਾਰੇ 'ਚ ਕੀ ਕਹੋਗੇ? ਨਹੀਂ ਐਸੀ ਕੋਈ ਬਾਤ ਨਹੀਂ। ਚੌਧਰੀ ਸਾਹਿਬਾਨ ਸਾਡੇ ਜਿਹੜੇ ਮਕਾਮੀ MPA ਹੈ ਚੌਧਰੀ ਹਨੀਫ ਜੱਟ ਸਾਹਿਬ ਨੇ, MNA ਚੌਧਰੀ ਤੁਫੈਲ ਜੱਟ ਸਾਹਿਬ ਨੇ, ਉਹ ਆਉਂਦੇ ਜਾਂਦੇ ਵੀ ਨੇ, ਖਬਰ ਵੀ ਰੱਖਦੇ ਨੇ, ਸਾਰੇ ਮਾਮਲਾਤ ਨੂੰ ਦੇਖਦੇ ਵੀ ਨੇ ਔਰ ਜੋ ਮਤਲਬ ਕਿ ਕਿਉਂਕਿ ਉਹਨਾਂ ਨੂੰ ਹੁਣ ਜ਼ਿਮਨੀ ਇਲੈਕਸ਼ਨ ਦੇ ਵਿੱਚ ਜਿਹੜਾ ਹੈ ਨਾ ਉਹ ਇਲੈਕਟਡ ਹੋਏ ਨੇ ਔਰ ਜ਼ਿਮਨੀ ਇਲੈਕਸ਼ਨ ਗੁਜ਼ਰੇ ਨੂੰ ਐਵੇਂ ਕੁਝ 4-5 ਮਾਹ ਹੀ ਹੋਏ ਨੇ
ਉਸ ਤੋਂ ਪਹਿਲੇ ਤਾਂ ਉਹ ਇਕਤਦਾਰ ਵਿੱਚ ਨਹੀਂ ਸੀ। ਜਦੋਂ ਵੀ ਉਹ ਇਕਤਦਾਰ ਵਿੱਚ ਆਏ ਨੇ ਉਹਨਾਂ ਦੀ ਹਿਸਟਰੀ ਪਈ ਹੈ। ਉਹਨਾਂ ਨੇ ਓਵਰਆਲ ਏਰੀਏ ਨੂੰ ਆਪਣੀ ਡਿਵੈਲਪਮੈਂਟ ਦਾ ਹਿੱਸਾ ਬਣਾਇਆ ਹੈ ਔਰ 12/7 ਦੇ ਵਿੱਚ ਉਹਨਾਂ ਨੇ ਕਾਫੀ ਸਾਡੀ ਡਿਵੈਲਪਮੈਂਟ ਜਿਸ ਤਰ੍ਹਾਂ ਕਿ ਰੀਸੈਂਟਲੀ ਐਸੇ ਦੌਰੇ ਹਕੂਮਤ ਦੇ ਵਿੱਚ ਮੈਂ ਹੁਣੇ ਤੁਹਾਨੂੰ ਜਿਹੜਾ ਦੱਸਦਾ ਚੱਲਾਂ ਕਿ ਸੂਈ ਗੈਸ ਇੱਕ ਸਾਡਾ ਦਰੀਨਾ ਖਾਬ ਸੀ ਕਿ ਜਿਹੜਾ ਕਾਫੀ ਹਕੂਮਤਾਂ ਆਈਆਂ ਉਹਨਾਂ ਦੇ ਇਕਤਦਾਰੇ ਹਕੂਮਤ ਤੋਂ ਬਾਅਦ ਉਹਨਾਂ ਨੇ ਸਾਡਾ ਇਹ ਸੂਈ ਗੈਸ ਸਾਡੀ ਕੌਂਸਲ ਦਾ ਸੂਈ ਗੈਸ ਵੀ ਅੱਗੇ ਸ਼ਿਫਟ ਕਰ ਦਿੱਤਾ। ਲੇਕਿਨ ਜਦੋਂ ਵੀ ਇਹਨਾਂ ਦੀ ਹੁਣ ਹਕੂਮਤ ਆਈ ਆ ਤੇ ਇਹਨਾਂ ਨੇ ਉਹ ਸਾਡਾ ਸੂਈ ਗੈਸ ਜਿਹੜਾ ਹੈ ਉਹ ਮਨਜ਼ੂਰ ਕਰਵਾਇਆ। ਉਹਦੇ ਤੇ ਸਾਡਾ ਬਹੁਤ ਕੁਇਕਲੀ ਕੰਮ ਕਰਵਾ ਕੇ ਵਿਦਿਨ ਮੰਥਸ ਉਹਨਾਂ ਨੇ ਸੂਈ ਗੈਸ ਜਿਹੜਾ ਹੈ ਉਹ ਚਾਲੂ ਕਰਵਾ ਦਿੱਤਾ। ਸਾਡੇ ਪਿੰਡ ਦੇ ਵਿੱਚ ਹੁਣ ਸੂਈ ਗੈਸ ਸਿਸਟਮ ਚੱਲ ਰਿਹਾ ਜਿਹੜਾ ਕਿ ਸਾਡਾ ਇੱਕ ਦਰੀਨਾ ਖਾਬ ਸੀ ਜਿਹੜਾ ਕਿ ਉਹਨਾਂ ਦੀ ਕਾਵਿਸ਼ ਦੇ ਨਾਲ ਪੂਰਾ ਹੋਇਆ। ਉਸ ਤੋਂ ਇਲਾਵਾ ਉਹਨਾਂ ਨੇ ਸਾਨੂੰ ਆਪਣੇ ਦੌਰੇ ਹਕੂਮਤ ਦੇ ਵਿੱਚ ਜਿਹੜੀ ਪਿਛਲਾ ਦੌਰੇ ਹਕੂਮਤ ਸੀ ਉਹਨਾਂ ਦਾ ਸਾਨੂੰ ਉਹਨਾਂ ਨੇ ਕਾਰਪੇਟ ਰੋਡ ਵੀ ਦਿੱਤਾ। ਉਸ ਤੋਂ ਇਲਾਵਾ ਸਕੂਲ ਦਾ ਅਪਗ੍ਰੇਡੇਸ਼ਨ ਉਹਨਾਂ ਨੇ ਕਰਵਾਈ ਸੀ ਸਾਡੇ ਗਰਲਸ ਸਕੂਲ ਦੀ, ਉਹ ਮਿਡਲ ਤੋਂ ਮੈਟ੍ਰਿਕ ਕਰਵਾਇਆ ਸੀ। ਬੱਚੀਆਂ ਜਿਹੜੀਆਂ ਮਤਲਬ ਕਿ ਜਾਂਦੀਆਂ ਸੀ ਬਾਹਰ ਪੜ੍ਹਨ ਵਾਸਤੇ ਮੁਸ਼ਕਿਲਾਤ ਹੁੰਦੀ ਸੀ ਉਹ ਪਿੰਡ ਦੇ ਵਿੱਚ ਬਾਕੀ ਸਾਡੇ ਨਾਲ ਉਹ ਰਾਬਤੇ 'ਚ ਨੇ, ਆਉਂਦੇ ਜਾਂਦੇ ਵੀ ਨੇ ਔਰ ਜੋ ਸਾਡੀ ਵਰਕਿੰਗ ਹੋ ਚੁੱਕੀ ਹੈ ਇਨਸ਼ਾ ਅੱਲਾਹ ਤਾਲਾ ਬਹੁਤ ਜਲਦ ਜਿਸ ਤਰ੍ਹਾਂ ਹੀ ਕੋਈ ਗ੍ਰਾਂਟ ਆਉਂਦੀ ਹੈ ਉਹ ਇਨਸ਼ਾ ਅੱਲਾਹ ਤਾਲਾ ਸਾਨੂੰ ਇਸ ਨਾਲ ਮੁਸਤਫੀਦ ਕਰਨਗੇ। ਔਰ 2-3 ਸਾਡੇ ਜਿਹੜੇ ਮੇਜਰ ਜਿਹੜੇ ਸਾਡੇ ਉਹਨਾਂ ਦੇ ਨਾਲ ਡਿਸਕਸ਼ਨਸ ਹੋਈਆਂ ਨੇ ਔਰ ਇਨਸ਼ਾ ਅੱਲਾਹ ਤਾਲਾ ਉਹਦੇ ਵਿੱਚ ਇੱਕ ਸਾਡੀ ਤਕਰੀਬਨ 3 ਸਾਡੀਆਂ ਸੜਕਾਂ ਨੇ ਜਿਹੜਾ ਇੱਕ ਲੰਬਾ ਜਿਹੜਾ ਹੈ ਉਹਦੇ ਵਿੱਚ ਕਿਲੋਮੀਟਰਸ ਦੀ ਵੀ ਆ ਜਾਂਦਾ ਵਾਇਆ ਜਿਸ ਤਰ੍ਹਾਂ ਕਿ ਪਿੰਡ 'ਚ ਇੰਟਰ ਹੁੰਦਿਆਂ ਨਹਿਰ 'ਤੇ ਆਬਾਦੀ ਜਾਂਦੀ ਹੈ ਉੱਥੇ ਕਾਰਪੇਟ ਰੋਡ, ਉਸ ਤੋਂ ਬਾਅਦ ਕਾਰਪੇਟ ਰੋਡ ਜਾਂ ਸੋਲੰਗ ਦੋਨਾਂ 'ਚ ਜੋ ਵੀ ਅਵੇਲੇਬਲ ਹੋ ਸਕਿਆ। ਉਸ ਤੋਂ ਬਾਅਦ ਕਬਰਸਤਾਨ ਤੱਕ ਜਿਹੜਾ ਹੈ ਪਿੰਡ ਤੋਂ ਰਸਾਈ ਜਨਾਜ਼ਗਾਹ ਦੇ ਨਾਲ ਉਹ ਵੀ ਉਹਨਾਂ ਨੇ ਵਾਅਦਾ ਕੀਤਾ ਸਾਡੇ ਨਾਲ ਵਰਕਿੰਗ ਜਾ ਰਹੀ ਇਨਸ਼ਾ ਅੱਲਾਹ ਤਾਲਾ ਬਹੁਤ ਅਨਕਰੀਬ। ਔਰ ਉਸ ਤੋਂ ਇਲਾਵਾ ਇੱਕ ਸੜਕ ਜਿਹੜੀ ਹੈ ਉਹ ਸ਼ੇਖ ਤਈਅਬ ਰੋਡ ਦੇ ਨਾਲ ਕੱਖਾਂ ਵਾਲੇ ਰੋਡ ਦੇ ਨਾਲ ਉਹ ਅਟੈਚ ਕੀਤੀ ਜਾਏਗੀ। ਮਜ਼ੀਦ ਜਿਹੜਾ ਹੈ ਨਾਲੀ ਸੋਲੰਗ ਜਿਸੇ ਤਰ੍ਹਾਂ ਵੀ ਗ੍ਰਾਂਟ ਆਉਂਦੀ ਹੈ ਇਨਸ਼ਾ ਅੱਲਾਹ ਤਾਲਾ ਉਹ ਸਾਨੂੰ ਉਹਨਾਂ ਨੇ ਕਦੀ ਵੀ ਨਹੀਂ ਮਤਲਬ ਭੁੱਲੇ, ਸਾਨੂੰ ਹਮੇਸ਼ਾ ਉਹਨਾਂ ਨੇ ਜਿਹੜਾ ਹੈ ਉਹ ਸਾਡਾ ਖਿਆਲ ਕੀਤਾ ਔਰ ਅੱਛੇ ਕੰਮ ਕੀਤੇ ਆ। ਇਨਸ਼ਾ ਅੱਲਾਹ ਤਾਲਾ ਉਹ ਆਉਣ ਵਾਲੇ ਟਾਈਮ ਦੇ ਵਿੱਚ ਵੀ ਸਾਡੇ ਨਾਲ ਖੜੇ ਔਰ ਇਨਸ਼ਾ ਅੱਲਾਹ ਵਰਕਿੰਗ ਹੋ ਰਹੀ ਹੈ ਸਾਰੀ ਜਿਹੜੀ ਹੈ ਉਹ ਡਿਸਕਸ਼ਨਸ ਹੋ ਚੁੱਕੀਆਂ ਨੇ ਔਰ ਬਹੁਤ ਜਲਦ ਅਨਕਰੀਬ ਇਨਸ਼ਾ ਅੱਲਾਹ ਤਾਲਾ ਜਿਸ ਤਰ੍ਹਾਂ ਕੋਈ ਗ੍ਰਾਂਟ ਆਉਂਦੀ ਹੈ ਕੌਂਸਲ ਦੀ ਜਦੋਂ ਗ੍ਰਾਂਟ ਆਉਂਦੀ ਹੈ ਇਨਸ਼ਾ ਅੱਲਾਹ ਤਾਲਾ ਉਹ ਸਾਡੇ ਤੱਕ ਪਹੁੰਚੇਗੀ ਤੇ ਉਹ ਅਸੀਂ ਰਿਕੁਐਸਟ ਕੀਤੀ ਹੋਈ ਆ ਇਨਸ਼ਾ ਅੱਲਾਹ ਤਾਲਾ ਸਾਰੇ ਮਾਮਲਾਤ ਜਿਹੜੇ ਆ ਉਹ ਬਿਹਤਰ ਹੋ ਜਾਣਗੇ। ਜੀ ਬਿਲਕੁਲ, ਬਹੁਤ ਸ਼ੁਕਰੀਆ ਹਸਨ ਸਰਦਾਰ ਸਾਹਿਬ ਸਾਡੇ ਨਾਲ ਮੌਜੂਦ ਸਨ। 112 RUC 70 ਦੇ ਜਨਾਬ ਨੰਬਰਦਾਰ ਸਾਹਿਬ ਉਹਨਾਂ ਦੀ ਗੁਫ਼ਤਗੂ ਸੁਣੀ ਤੁਸੀਂ। ਮੈਵੇ ਗੁਫ਼ਤਗੂ ਸਨ ਟੀਮ ਵਾਇਸ ਆਫ ਪੰਜਾਬ ਦੇ ਨਾਲ ਤੇ ਤੁਸੀਂ ਆਵਾਮ ਦੇ ਵੀ ਵਿਊ ਸੁਣੇ ਨੇ ਤੇ ਉਹਨਾਂ ਦੇ ਵੀ ਜਾਣਨ ਦੀ ਕੋਸ਼ਿਸ਼ ਕੀਤੀ ਹੈ ਅਸੀਂ ਹਾਲ ਹਵਾਲ ਔਰ ਜੋ ਉਹਨਾਂ ਨੂੰ ਮਾਮਲਾਤ ਦਰਪੇਸ਼ ਨੇ ਜੋ ਬੁਨਿਆਦੀ ਜੋ ਸਹੂਲੀਅਤ ਤੋਂ ਮਹਿਰੂਮ ਨੇ ਉਹ ਵੀ ਤੁਹਾਡੇ ਸਾਹਮਣੇ ਰੱਖੀਆਂ ਨੇ ਤੇ ਨੰਬਰਦਾਰ ਸਾਹਿਬ ਦੀਆਂ ਵੀ ਤੁਸੀਂ ਗੱਲਾਂ ਸੁਣੀਆਂ ਨੇ। ਇਹਦੇ ਨਾਲ ਹੀ ਇਜਾਜ਼ਤ ਦਿਓ ਕੈਮਰਾਮੈਨ ਮੁਹੰਮਦ ਫਿਆਜ਼ ਦੇ ਨਾਲ ਮਲਕ ਨਾਸਰ ਅब्बास ਟੀਮ ਵਾਇਸ ਆਫ ਪੰਜਾਬ ਚੀਚਾ ਵਤਨੀ। ਅੱਲਾ ਹਾਫਿਜ਼।